ਵੈਰੀਏਬਲ ਇਨ ਪਾਈਥਨ। ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪਾਈਥਨ ਪ੍ਰੋਗਰਾਮਿੰਗ ਲੈਂਗੁਏਜ ਦੇ ਅੰਦਰ ਵੈਰੀਏਬਲ ਕੀ ਹੁੰਦਾ ਹੈ, ਇਸ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਹੈ, ਪ੍ਰੋਗਰਾਮ ਦੇ ਅੰਦਰ ਵੈਰੀਏਬਲ ਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ ਹੈ, ਉਸ ਦੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਵੈਰੀਏਬਲਸ ਆਰ ਕੰਟੇਨਰਸ ਫॉर ਸਟੋਰਿੰਗ ਡਾਟਾ ਵੈਲਿਊਜ਼। ਇਸ ਸਟੇਟਮੈਂਟ ਦਾ ਮਤਲਬ ਇਹ ਹੈ ਕਿ ਵੈਰੀਏਬਲਸ ਪ੍ਰੋਗਰਾਮਿੰਗ ਭਾਸ਼ਾ ਦੇ ਵਿੱਚ ਇੱਕ ਕੰਟੇਨਰ ਦੀ ਤਰ੍ਹਾਂ ਕੰਮ ਕਰਦੇ ਹਨ, ਜਿਨ੍ਹਾਂ ਦੇ ਵਿੱਚ ਅਸੀਂ ਕੋਈ ਨਾ ਕੋਈ ਵੈਲਿਊ ਨੂੰ ਸਟੋਰ ਕਰਦੇ ਹਾਂ। ਕ੍ਰੀਏਟਿੰਗ ਅ ਵੈਰੀਏਬਲਸ। ਪਾਈਥਨ ਹੈਜ਼ ਨੋ ਕਮਾਂਡ ਫॉर ਡਿਕਲੇਅਰਿੰਗ ਅ ਵੈਰੀਏਬਲ। ਪਾਈਥਨ ਦੇ ਵਿੱਚ ਕੋਈ ਅਜਿਹੀ ਕਮਾਂਡ ਨਹੀਂ ਦਿੱਤੀ ਗਈ ਜਿਸ ਦੇ ਨਾਲ ਅਸੀਂ ਪ੍ਰੋਗਰਾਮ ਦੇ ਅੰਦਰ ਵੈਰੀਏਬਲ ਨੂੰ ਡਿਕਲੇਅਰ ਕਰ ਸਕੀਏ। A variable is created the moment you first assign a value to it। ਇਸ ਸਟੇਟਮੈਂਟ ਦਾ ਮਤਲਬ ਇਹ ਹੈ ਕਿ ਵੈਰੀਏਬਲ ਉਸ ਸਮੇਂ ਕ੍ਰੀਏਟ ਹੋ ਜਾਂਦਾ ਹੈ ਜਦੋਂ ਅਸੀਂ ਉਸ ਨੂੰ ਕੋਈ ਨਾ ਕੋਈ ਵੈਲਿਊ ਅਸਾਈਨ ਕਰ ਦਿੰਦੇ ਹਾਂ। ਸਾਨੂੰ ਪਾਈਥਨ ਦੇ ਵਿੱਚ ਵੈਰੀਏਬਲ ਨੂੰ ਡਿਕਲੇਅਰ ਕਰਨ ਲਈ ਕੋਈ ਸਪੈਸ਼ਲ ਸਟੇਟਮੈਂਟ ਨਹੀਂ ਲਿਖਣੀ ਪੈਂਦੀ। ਉਦਾਹਰਨ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ, x = 5, y = John, ਪ੍ਰਿੰਟ x ਪ੍ਰਿੰਟ y। x ਅਸੀਂ ਡਿਕਲੇਅਰ ਨਹੀਂ ਕੀਤਾ, ਅਸੀਂ ਸਿੱਧੀ ਉਸ ਨੂੰ ਵੈਲਿਊ 5 ਅਸਾਈਨ ਕਰ ਦਿੱਤੀ ਹੈ, ਉਹ ਆਪਣੇ ਆਪ ਇੰਟੀਜਰ ਕ੍ਰੀਏਟ ਹੋ ਗਿਆ ਹੈ। y ਨੂੰ ਅਸੀਂ ਡਿਕਲੇਅਰ ਨਹੀਂ ਕੀਤਾ, y ਨੂੰ ਅਸੀਂ ਜੌਨ ਵੈਲਿਊ ਡਿਕਲੇਅਰ ਕਰ ਦਿੱਤੀ ਹੈ, ਅਸਾਈਨ ਕਰ ਦਿੱਤੀ ਹੈ, ਉਹ ਆਪਣੇ ਆਪ ਕ੍ਰੀਏਟ ਹੋ ਗਿਆ ਹੈ। y ਨੂੰ ਜੌਨ ਇੱਕ ਸਟ੍ਰਿੰਗ ਵੈਲਿਊ ਅਸਾਈਨ ਹੋਈ ਹੈ। ਇਸ ਤਰੀਕੇ ਨਾਲ y ਦੀ ਜਿਹੜੀ ਡਾਟਾ ਟਾਈਪ ਹੈ ਉਹ ਸਟ੍ਰਿੰਗ ਹੋ ਗਈ ਹੈ। ਜਦੋਂ ਅਸੀਂ x ਨੂੰ ਪ੍ਰਿੰਟ ਕਰਾਵਾਂਗੇ ਤਾਂ ਇੰਟੀਜਰ ਵੈਲਿਊ 5 ਪ੍ਰਿੰਟ ਹੋਏਗੀ। ਜਦੋਂ ਅਸੀਂ y ਨੂੰ ਪ੍ਰਿੰਟ ਕਰਾਵਾਂਗੇ ਤਾਂ ਜੌਨ ਇੱਕ ਸਟ੍ਰਿੰਗ ਵੈਲਿਊ ਪ੍ਰਿੰਟ ਹੋਏਗੀ। ਇਹਨਾਂ ਸਾਰੀਆਂ ਸਟੇਟਮੈਂਟਾਂ ਨੂੰ ਪੜ੍ਹਨ ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਪਾਈਥਨ ਪ੍ਰੋਗਰਾਮਿੰਗ ਲੈਂਗੁਏਜ ਦੇ ਅੰਦਰ ਵੈਰੀਏਬਲ ਨੂੰ ਡਿਕਲੇਅਰ ਕਰਨ ਲਈ ਕੋਈ ਵੱਖਰੀ ਸਟੇਟਮੈਂਟ ਨਹੀਂ ਦਿੱਤੀ ਗਈ। ਜਦੋਂ ਅਸੀਂ ਵੈਰੀਏਬਲ ਨੂੰ ਕੋਈ ਵੈਲਿਊ ਅਸਾਈਨ ਕਰਦੇ ਹਾਂ ਤਾਂ ਉਹ ਆਟੋਮੈਟਿਕ ਕ੍ਰੀਏਟ ਹੋ ਜਾਂਦਾ ਹੈ ਅਤੇ ਉਹੀ ਉਸ ਦੀ ਟਾਈਪ ਬਣ ਜਾਂਦੀ ਹੈ ਜਿਸ ਤਰ੍ਹਾਂ ਦੀ ਵੈਲਿਊ ਉਸ ਵੈਰੀਏਬਲ ਨੂੰ ਅਸਾਈਨ ਕੀਤੀ ਗਈ ਹੈ। ਤਾਂ ਪਾਈਥਨ ਦੇ ਅੰਦਰ ਵੈਰੀਏਬਲ ਨੂੰ ਡਿਕਲੇਅਰ ਕਰਨ ਲਈ ਕੋਈ ਸਟੇਟਮੈਂਟ ਨਹੀਂ ਹੁੰਦੀ। Variables do not need to be declared with any particular type and can even change type after they have been set। ਪਾਈਥਨ ਪ੍ਰੋਗਰਾਮਿੰਗ ਭਾਸ਼ਾ ਦੇ ਅੰਦਰ ਵੈਰੀਏਬਲ ਨੂੰ ਕਿਸੇ ਖਾਸ ਕਿਸਮ ਦੇ ਨਾਲ ਡਿਕਲੇਅਰ ਨਹੀਂ ਕੀਤਾ ਜਾਂਦਾ। ਜਿਸ ਤਰ੍ਹਾਂ ਦੀ ਵੈਲਿਊ ਉਸ ਵੈਰੀਏਬਲ ਨੂੰ ਅਸਾਈਨ ਕਰ ਦਿੱਤੀ ਜਾਂਦੀ ਹੈ ਪ੍ਰੋਗਰਾਮ ਦੇ ਅੰਦਰ, ਵੈਰੀਏਬਲ ਦੀ ਕਿਸਮ ਵੀ ਉਹੀ ਬਣ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਸਾਹਮਣੇ ਦੇਖੋ, x = 4, x = Sally। ਉੱਪਰਲੀ ਉਦਾਹਰਨ ਦੇ ਵਿੱਚ ਜਦੋਂ x ਨੂੰ ਅਸੀਂ 4 ਵੈਲਿਊ ਯਾਨੀ 4 ਵੈਲਿਊ ਅਸਾਈਨ ਕੀਤੀ ਹੈ, ਉਸ ਸਮੇਂ x ਦੀ ਜਿਹੜੀ ਕਿਸਮ ਹੈ ਉਹ ਇੰਟੀਜਰ ਹੈ। ਜਦੋਂ ਅਸੀਂ x ਨੂੰ ਵੈਲਿਊ Sally ਅਸਾਈਨ ਕੀਤੀ ਹੈ ਡਬਲ ਕੋਟਸ ਦੇ ਅੰਦਰ, ਉਸ ਸਮੇਂ x ਦੀ ਜਿਹੜੀ ਕਿਸਮ ਹੈ ਉਹ ਸਟ੍ਰਿੰਗ ਹੈ। ਜਦੋਂ ਅਸੀਂ x ਨੂੰ ਪ੍ਰਿੰਟ ਕਰਾਵਾਂਗੇ ਤਾਂ ਅਖੀਰ ਵਿੱਚ Sally ਪ੍ਰਿੰਟ ਹੋਏਗਾ। ਤਾਂ ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਜਿਸ ਤਰ੍ਹਾਂ ਦੀ ਵੈਲਿਊ ਅਸੀਂ ਵੈਰੀਏਬਲ ਨੂੰ ਅਸਾਈਨ ਕਰ ਦਿੰਦੇ ਹਾਂ ਪ੍ਰੋਗਰਾਮ ਦੇ ਅੰਦਰ, ਤਾਂ ਵੈਰੀਏਬਲ ਦੀ ਕਿਸਮ ਵੀ ਉਹੀ ਬਣ ਜਾਂਦੀ ਹੈ। ਕਾਸਟਿੰਗ। If you want to specify the data type of a variable, this can be done with casting। ਜੇਕਰ ਤੁਸੀਂ ਵੈਰੀਏਬਲ ਦੀ ਕਿਸਮ ਨੂੰ ਡਿਫਾਈਨ ਕਰਨਾ ਚਾਹੁੰਦੇ ਹੋ ਜਾਂ ਸਪੈਸੀਫਾਈ ਕਰਨਾ ਚਾਹੁੰਦੇ ਹੋ ਤਾਂ ਉਹ ਕਾਸਟਿੰਗ ਦੀ ਮਦਦ ਨਾਲ ਹੋ ਸਕਦਾ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਅਗਲੀਆਂ 3 ਸਟੇਟਮੈਂਟਾਂ ਨੂੰ ਪੜ੍ਹੋ। x = str ਪੈਰੇਂਥੇਸਿਸ ਦੇ ਵਿੱਚ 3 ਦਿੱਤਾ ਹੋਇਆ ਹੈ, ਤਾਂ ਇੱਥੇ x ਦੀ ਵੈਲਿਊ ਜਿਹੜੀ ਹੈ ਉਹ ਸਟ੍ਰਿੰਗ ਦੇ ਰੂਪ ਦੇ ਵਿੱਚ ਹੈ, ਸਟ੍ਰਿੰਗ ਦੇ ਰੂਪ ਦੇ ਵਿੱਚ 3 ਹੋ ਜਾਏਗੀ। y = ਇੰਟੀਜਰ ਪੈਰੇਂਥੇਸਿਸ ਦੇ ਵਿੱਚ 3 ਦਿੱਤਾ ਹੋਇਆ ਹੈ, ਤਾਂ ਇੱਥੇ y ਦੀ ਵੈਲਿਊ ਇੰਟੀਜਰ ਦੇ ਰੂਪ ਦੇ ਵਿੱਚ 3 ਹੋ ਜਾਏਗੀ। z = ਫਲੋਟ ਪੈਰੇਂਥੇਸਿਸ ਦੇ ਵਿੱਚ 3 ਦਿੱਤਾ ਹੋਇਆ ਹੈ, ਤਾਂ ਇੱਥੇ z ਦੀ ਵੈਲਿਊ ਫਲੋਟ ਦੇ ਵਿੱਚ 3 ਹੋ ਜਾਏਗੀ। ਕਾਸਟਿੰਗ ਸਟੇਟਮੈਂਟ ਦੇ ਵਿੱਚ ਅਸੀਂ ਪੈਰੇਂਥੇਸਿਸ ਦੇ ਨਾਲ str, int, ਫਲੋਟ ਇਹ 3 ਕੀਵਰਡ ਯੂਜ਼ ਕੀਤੇ ਹਨ। ਜਿਸ ਤਰੀਕੇ ਨਾਲ ਅਸੀਂ ਵੈਰੀਏਬਲ ਦੀ ਕਿਸਮ ਨੂੰ ਡਿਕਲੇਅਰ ਕਰਨਾ ਚਾਹੁੰਦੇ ਹਾਂ ਜਾਂ ਡਿਫਾਈਨ ਕਰਨਾ ਚਾਹੁੰਦੇ ਹਾਂ ਤਾਂ ਪੈਰੇਂਥੇਸਿਸ ਦੇ ਨਾਲ ਅਸੀਂ ਉਸ ਤਰ੍ਹਾਂ ਦਾ ਕੀਵਰਡ ਵਰਤਦੇ ਹਾਂ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਐਗਜ਼ਾਮਪਲ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਇੱਥੇ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਪੁਆਇੰਟ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਸਟੇਟਮੈਂਟਾਂ ਦੇ ਵਿੱਚ ਅਸੀਂ ਕੋਈ ਵੀ ਵੈਲਿਊ ਕੀਬੋਰਡ ਰਾਹੀਂ ਇਨਪੁਟ ਦੇ ਰੂਪ ਦੇ ਵਿੱਚ ਨਹੀਂ ਦਿੱਤੀ।
ਜਦੋਂ ਕਿਸੇ ਵੀ ਵੈਰੀਏਬਲ ਨੂੰ ਅਸੀਂ ਕੋਈ ਵੈਲਿਊ ਕੀਬੋਰਡ ਰਾਹੀਂ ਅਸਾਈਨ ਕਰਦੇ ਹਾਂ ਤਾਂ ਬਾਏ ਡਿਫਾਲਟ ਉਹ ਵੈਲਿਊ ਸਟ੍ਰਿੰਗ ਹੁੰਦੀ ਹੈ ਜਾਂ ਕਰੈਕਟਰ ਹੁੰਦੀ ਹੈ। ਸਾਨੂੰ ਕਾਸਟਿੰਗ ਦੀ ਹੈਲਪ ਦੇ ਨਾਲ ਉਸ ਵੈਲਿਊ ਨੂੰ ਫਲੋਟਿੰਗ ਪੁਆਇੰਟ ਦੇ ਵਿੱਚ ਜਾਂ ਇੰਟੀਜਰ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਪੈਂਦਾ ਹੈ। ਇਸ ਤਰ੍ਹਾਂ ਨਾਲ ਕਾਸਟਿੰਗ ਪਾਈਥਨ ਪ੍ਰੋਗਰਾਮਿੰਗ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਟਾਈਪ ਫੰਕਸ਼ਨ ਇਨ ਪਾਈਥਨ You can get the data type of a variable with the help of type function। ਪਾਈਥਨ ਦੇ ਅੰਦਰ ਜੇਕਰ ਅਸੀਂ ਕਿਸੇ ਡਾਟਾ ਟਾਈਪ ਦੀ ਕਿਸਮ ਦਾ ਪਤਾ ਕਰਨਾ ਹੋਵੇ ਉਸ ਸਮੇਂ ਅਸੀਂ ਟਾਈਪ ਫੰਕਸ਼ਨ ਦੀ ਵਰਤੋਂ ਕਰਦੇ ਹਾਂ। ਉਦਾਹਰਨਾਂ ਤੁਹਾਡੇ ਸਾਹਮਣੇ ਹਨ x = 5 y = John। ਜੇਕਰ ਅਸੀਂ ਪ੍ਰਿੰਟ ਦੇ ਵਿੱਚ ਇਹਨਾਂ ਦੋਨਾਂ ਵੈਰੀਏਬਲਸ ਦੀ ਵੈਲਿਊ ਦੀ ਕਿਸਮ ਦਾ ਪਤਾ ਕਰਨਾ ਹੋਵੇ ਤਾਂ ਪ੍ਰਿੰਟ ਦੇ ਵਿੱਚ ਅਸੀਂ ਟਾਈਪ ਪੈਰੇਂਥੇਸਿਸ ਦੇ ਵਿੱਚ x ਦੇਵਾਂਗੇ ਤੇ ਪ੍ਰਿੰਟ ਦੇ ਵਿੱਚ ਅਸੀਂ ਟਾਈਪ ਪੈਰੇਂਥੇਸਿਸ ਦੇ ਵਿੱਚ y ਦੇਵਾਂਗੇ। ਇਸ ਤਰੀਕੇ ਨਾਲ ਪ੍ਰਿੰਟ ਦੇ ਵਿੱਚ ਸਾਨੂੰ ਉਸ ਡਾਟਾ ਦੀ ਕਿਸਮ ਦਾ ਪਤਾ ਲੱਗ ਜਾਏਗਾ। ਸਿੰਗਲ ਕੋਟ ਐਂਡ ਡਬਲ ਕੋਟਸ ਇਨ ਪਾਈਥਨ string variables can be declared either by using single or double quotes। ਪਾਈਥਨ ਦੇ ਵਿੱਚ ਸਟ੍ਰਿੰਗ ਵੈਰੀਏਬਲ ਨੂੰ ਅਗਰ ਤੁਸੀਂ ਡਿਕਲੇਅਰ ਕਰਨਾ ਹੈ ਜਾਂ ਉਸ ਨੂੰ ਵੈਲਿਊ ਅਸਾਈਨ ਕਰਨੀ ਹੈ ਤਾਂ ਅਸੀਂ ਸਿੰਗਲ ਕੋਟ ਅਤੇ ਡਬਲ ਕੋਟ ਦੀ ਵਰਤੋਂ ਕਰ ਸਕਦੇ ਹਾਂ। ਉਦਾਹਰਨ ਤੁਸੀਂ ਦੇਖੋ x ਨੂੰ ਡਬਲ ਕੋਟ ਦੇ ਵਿੱਚ ਅਸੀਂ ਜੌਨ ਵੈਲਿਊ ਦਿੱਤੀ ਹੋਈ ਹੈ ਅਤੇ x ਨੂੰ ਸਿੰਗਲ ਕੋਟ ਦੇ ਵਿੱਚ ਅਸੀਂ ਜੌਨ ਵੈਲਿਊ ਦਿੱਤੀ ਹੋਈ ਹੈ। ਦੋਨਾਂ ਸਟੇਟਮੈਂਟਾਂ ਦਾ ਮਤਲਬ ਸੇਮ ਹੈ, ਯਾਨੀ ਦੋਨਾਂ ਦੇ ਵਿੱਚ ਇੱਕੋ ਤਰ੍ਹਾਂ ਦੀ ਵੈਲਿਊ ਹੈ। ਤਾਂ ਅਸੀਂ ਪਾਈਥਨ ਦੇ ਵਿੱਚ ਸਟ੍ਰਿੰਗ ਵੈਰੀਏਬਲ ਡਬਲ ਕੋਟ ਦੇ ਰਾਹੀਂ ਅਤੇ ਸਿੰਗਲ ਕੋਟ ਦੋਵਾਂ ਰਾਹੀਂ ਡਿਫਾਈਨ ਕਰ ਸਕਦੇ ਹਾਂ। ਇਨ ਪਾਈਥਨ ਵੈਰੀਏਬਲਸ ਕੈਨ ਬੀ ਕੇਸ ਸੈਂਸਿਟਿਵ। ਪਾਈਥਨ ਦੇ ਵਿੱਚ ਜਿਹੜੇ ਵੈਰੀਏਬਲ ਹੈ ਉਹ ਕੇਸ ਸੈਂਸਿਟਿਵ ਹੁੰਦੇ ਹਨ। ਉਦਾਹਰਨ ਤੁਸੀਂ ਸਾਹਮਣੇ ਦੇਖੋ, ਅਸੀਂ ਇੱਕ ਵੈਰੀਏਬਲ ਜਿਹਨੂੰ ਅਸੀਂ ਸਮਾਲ ਲੈਟਰ a ਉਹਦਾ ਨਾਮ ਰੱਖਿਆ ਹੈ ਅਤੇ ਦੂਸਰੇ ਵੈਰੀਏਬਲ ਦਾ ਨਾਮ ਅਸੀਂ ਕੈਪੀਟਲ ਲੈਟਰ ਦੇ ਵਿੱਚ a ਰੱਖਿਆ ਹੈ। ਇਹ ਦੋਨੋਂ ਵੈਰੀਏਬਲ ਵੱਖਰੇ ਵੱਖਰੇ ਹਨ। ਤਾਂ ਇਹ ਸਮਾਲ ਲੈਟਰ ਦੇ ਵਿੱਚ ਅਸੀਂ 4 ਵੈਲਿਊ ਦਿੱਤੀ ਹੋਈ ਹੈ ਅਤੇ ਕੈਪੀਟਲ ਲੈਟਰ ਦੇ ਵਿੱਚ a ਨੂੰ ਅਸੀਂ ਸਟ੍ਰਿੰਗ ਵੈਲਿਊ ਦਿੱਤੀ ਹੋਈ ਹੈ ਸੈਲੀ। ਜਦੋਂ ਇਹ ਦੋਨੇ ਵੈਲਿਊਜ਼ ਅਲੱਗ-ਅਲੱਗ ਸਟੋਰ ਹੋਣਗੀਆਂ, ਇੱਕ ਦੂਸਰੇ ਨੂੰ ਓਵਰਰਾਈਟ ਨਹੀਂ ਕਰਨਗੀਆਂ। ਇਹਨਾਂ ਵੈਲਿਊਜ਼ ਦੇ ਵਿੱਚੋਂ ਜਦੋਂ ਅਸੀਂ ਸਮਾਲ a ਨੂੰ ਪ੍ਰਿੰਟ ਕਰਾਵਾਂਗੇ ਤਾਂ ਇੰਟੀਜਰ ਵੈਲਿਊ 4 ਪ੍ਰਿੰਟ ਹੋਏਗੀ ਅਤੇ ਜਦੋਂ ਅਸੀਂ ਕੈਪੀਟਲ A ਨੂੰ ਪ੍ਰਿੰਟ ਕਰਾਵਾਂਗੇ ਤਾਂ ਸਟ੍ਰਿੰਗ ਵੈਲਿਊ ਸੈਲੀ ਪ੍ਰਿੰਟ ਹੋਏਗੀ। ਇਹ ਦੋਨੋਂ ਵੈਲਿਊਜ਼ ਇੱਕ ਦੂਸਰੇ ਨੂੰ ਓਵਰਰਾਈਟ ਨਹੀਂ ਕਰਨਗੀਆਂ। ਇੱਥੋਂ ਇਹ ਪਤਾ ਲੱਗਦਾ ਹੈ ਕਿ ਵੈਰੀਏਬਲ ਜਿਹੜੇ ਹਨ ਉਹ ਪਾਈਥਨ ਦੇ ਅੰਦਰ ਕੇਸ ਸੈਂਸਿਟਿਵ ਹੁੰਦੇ ਹਨ। ਕੈਪੀਟਲ ਅਤੇ ਸਮਾਲ ਵਿੱਚ ਉਹਨਾਂ ਦਾ ਵੱਖਰਾ ਵੱਖਰਾ ਰੁਤਬਾ ਹੁੰਦਾ ਹੈ ਅਤੇ ਉਹ ਵੱਖਰੀ ਵੱਖਰੀ ਵੈਲਿਊ ਨੂੰ ਸਟੋਰ ਕਰਦੇ ਹਨ, ਇੱਕ ਦੂਸਰੇ ਨੂੰ ਓਵਰਰਾਈਟ ਨਹੀਂ ਕਰਦੇ। ਮੈਨੂੰ ਉਮੀਦ ਹੈ ਕਿ ਪਾਈਥਨ ਦੇ ਅੰਦਰ ਵੈਰੀਏਬਲ ਦੇ ਨਾਲ ਸੰਬੰਧਿਤ ਸਾਰੇ ਪੁਆਇੰਟ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਪਾਈਥਨ ਪ੍ਰੋਗਰਾਮਿੰਗ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।